राम राम जी सारिਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਇੰਗਲਿਸ਼ ਪੈਡਾਗੋਜੀ ਨਾਲ ਰਿਲੇਟਡ ਹੈ। ਇਹ ਹੈਗੀ ਜੀ ਸਾਡੇ ਕੋਲੋਂ ਪੈਡਾਗੋਜੀ ਦਾ ਪਾਰਟ ਸੈਕੰਡ ਇੰਗਲਿਸ਼ ਦਾ ਤੇ ਚੈਨਲ ਤੇ EVS ਦੇ ਨਾਲ ਰਿਲੇਟਡ, ਸਾਇੰਸ ਨਾਲ ਰਿਲੇਟਡ, SST, GK ਦੇ ਨਾਲ ਰਿਲੇਟਡ ਸਾਡੇ ਕੋਲ ਚੈਨਲ ਤੇ ਵੀਡੀਓਜ਼ ਪਈਆਂ ਹੋਈਆਂ ਤੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਤੇ ਰੀਜ਼ਨਿੰਗ ਤੇ ਹਿੰਦੀ ਨਾਲ ਰਿਲੇਟਡ ਵੀ ਸਾਡੇ ਕੋਲੋਂ ਜੋ ਵੀਡੀਓਜ਼ ਹੈ ਉਹ ਚੈਨਲ ਤੇ ਪਈਆਂ ਹੈ ਉਹ ਤੁਸੀਂ ਜ਼ਰੂਰ ਦੇਖ ਸਕਦੇ ਹੋ ਜੋ ਕਿ ETT NTT ਆਉਣ ਵਾਲੇ ਐਗਜ਼ਾਮਸ PS ਟੈਟ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀਆਂ ETT ਦੇ ਜੋ ਹੁੰਦੇ ਰਹਿੰਦੇ ਆ। ਤੁਹਾਨੂੰ ਪਤਾ ਕਿ ਦੋ ਵਾਰੀ ਹੋ ਚੁੱਕੇ 23 64 35 ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ ਤੇ ਉਹਨਾਂ ਦੀ ਸ਼ਾਇਦ ਪੋਸਟ ਆ ਜਾਣ ਤੇ ਤੁਸੀਂ ਉਹਨਾਂ ਦੇ ਨਾਲ ਰਿਲੇਟ ਵੀ ਕਰ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ ਜੋ ਕਿ ਇੰਗਲਿਸ਼ ਪੈਡਾਗੋਜੀ ਦਾ ਹੈ। So first question है जी, method of teaching foreign languages without using the pupil's first language। ਹੁਣ ਜਿੱਦਾਂ ਆਪਾਂ ਪੰਜਾਬ ਦੇ ਹਾਂ, ਸਾਡੀ ਫਸਟ ਲੈਂਗੁਏਜ ਸਾਡੀ ਮਾਤ ਭਾਸ਼ਾ ਹੈ ਜੀ ਪੰਜਾਬੀ, ਤਾਂ ਕਹਿੰਦੇ ਅਗਰ ਅਸੀਂ ਕਿਸੇ ਬੱਚੇ ਨੂੰ ਫੋਰਨ ਲੈਂਗੁਏਜ ਯਾਨੀ ਕਿ ਬਾਹਰਲੀ ਲੈਂਗੁਏਜ ਸਿਖਾਉਣਾ ਚਾਹੁੰਦੇ ਆ ਉਹਦੀ ਫਸਟ ਲੈਂਗੁਏਜ ਨੂੰ ਬਿਨਾਂ ਯੂਜ਼ ਕੀਤੇ, ਯਾਨੀ ਕਿ ਅਗਰ ਅਸੀਂ ਕਿਸੇ ਬੱਚੇ ਨੂੰ ਇੰਗਲਿਸ਼ ਸਿਖਾਉਣਾ ਚਾਹੁੰਦੇ ਆ ਬਿਨਾਂ ਪੰਜਾਬੀ ਨੂੰ ਯੂਜ਼ ਕੀਤੇ ਤਾਂ ਉਸ ਮੈਥਡ ਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਜੀ ਡਾਇਰੈਕਟ ਮੈਥਡ। ठीक है जी, ਉਹਨੂੰ ਕਹਿੰਦੇ ਆ ਜੀ ਡਾਇਰੈਕਟ ਮੈਥਡ। ਅਗਲਾ ਕੁਐਸਚਨ ਕਹਿੰਦੇ which of the following theories is based on the habit formation which says that humans or any creature give response due to stimulus। ਕਹਿੰਦੇ ਕਿ ਇਹਨਾਂ ਵਿੱਚੋਂ ਕਿਹੜੀ ਥਿਊਰੀ ਇੱਕ ਹੈਬਿਟ ਫਾਰਮੇਸ਼ਨ ਯਾਨੀ ਕਿ ਆਦਤ ਬਣਾਉਣ ਦੇ ਉੱਤੇ ਟਿਕੀ ਹੋਈ ਆ, ਜੋ ਕਿ ਜਿਹਦਾ ਕਹਿਣਾ ਆ, ਜਿਹਦਾ ਮੰਨਣਾ ਆ ਕਿ ਚਾਹੇ ਕੋਈ ਹਿਊਮਨ ਆ ਚਾਹੇ ਕੋਈ ਵੀ ਕ੍ਰੀਚਰ ਆ, ਕੋਈ ਵੀ ਆਰਗੇਨਿਜ਼ਮ ਆ, ਉਹ ਰਿਸਪੌਂਸ ਦਿੰਦਾ ਹੈ ਕਿਸੇ ਸਟਿਮੂਲਸ ਦੇ ਕਾਰਨ, ਤਾਂ ਉਹ ਕਿਹੜੀ ਥਿਊਰੀ ਹੈ? ਉਹ ਹੈ ਜੀ ਕਲਾਸੀਕਲ ਕੰਡੀਸ਼ਨਿੰਗ, ਜੋ ਕਿ ਪੁਰਾਣੇ ਸਮਿਆਂ ਦਾ ਮੰਨਣਾ ਹੈ। ਕਲਾਸੀਕਲ ਕੰਡੀਸ਼ਨਿੰਗ ਜੋ ਕਿ ਪਹਿਲਾਂ ਥਿਊਰੀਜ਼ ਆਈਆਂ ਸੀ। ਠੀਕ ਹੈ ਜੀ। ਕੁਐਸਚਨ ਨੰਬਰ 3, ਇਹਦੇ ਵਿੱਚ ਵੀ 25 ਕੁਐਸਚਨ ਹੋਣਗੇ। A grammar which describes how a language is actually spoken and written is called a। ਕਹਿੰਦੇ ਕੋਈ ਗ੍ਰਾਮਰ ਜੋ ਕਿ ਦੱਸਦੀ ਆ, ਡਿਸਕ੍ਰਾਈਬ ਕਰਦੀ ਆ ਕਿ ਕੋਈ ਲੈਂਗੁਏਜ ਕਿਸ ਤਰ੍ਹਾਂ ਅਸਲ ਦੇ ਵਿੱਚ ਬੋਲੀ ਜਾਂਦੀ ਆ ਜਾਂ ਲਿਖੀ ਜਾਂਦੀ ਆ, ਉਹਨੂੰ ਕੀ ਕਹਿੰਦੇ ਆ? ਕਿ ਉਹਨੂੰ ਪ੍ਰੈਸਕ੍ਰਿਪਟਿਵ ਗ੍ਰਾਮਰ ਕਹਿੰਦੇ ਆ, ਡਿਸਕ੍ਰਿਪਟਿਵ ਕਹਿੰਦੇ ਆ, ਇੰਡਕਟਿਵ ਕਹਿੰਦੇ ਆ ਜਾਂ ਨਿਊ ਗ੍ਰਾਮਰ ਕਹਿੰਦੇ ਆ? ਤਾਂ ਉਹਨੂੰ ਕਹਿੰਦੇ ਆ ਜੀ ਡਿਸਕ੍ਰਿਪਟਿਵ ਗ੍ਰਾਮਰ, ਕਿਉਂਕਿ ਉਹ ਡਿਸਕ੍ਰਾਈਬ ਕਰ ਰਹੀ ਆ, ਉਹ ਦੱਸ ਰਹੀ ਆ, ਉਹ ਡਿਟੇਲ ਚ ਦੱਸ ਰਹੀ ਆ ਕਿ ਐਕਚੁਅਲ ਚ ਲੈਂਗੁਏਜ ਨੂੰ ਕਿੱਦਾਂ ਬੋਲਦੇ ਆ ਜਾਂ ਕਿੱਦਾਂ ਲਿਖਦੇ ਆ, ਤਾਂ ਉਹ ਹੈ ਜੀ ਡਿਸਕ੍ਰਿਪਟਿਵ ਗ੍ਰਾਮਰ। ਕੁਐਸਚਨ ਨੰਬਰ 4, which of the following factors may not affect the learning outcome। ਹੁਣ ਬੱਚੇ ਨੇ ਕੁਝ ਸਿੱਖਿਆ ਆ, ਉਹਨੇ ਕੁਝ ਆਊਟਕਮ ਵੀ ਦੇਣਾ ਆ, ਉਹਨੇ ਰਿਜ਼ਲਟ ਵੀ ਦੇਣਾ ਆ, ਤੇ ਇਹਨਾਂ ਵਿੱਚੋਂ ਕਿਹੜਾ ਫੈਕਟਰ ਆ ਜੋ ਕਿ ਲਰਨਿੰਗ ਆਊਟਕਮ ਨੂੰ ਇਫੈਕਟ ਨਹੀਂ ਕਰ ਸਕਦਾ? ਠੀਕ ਹੈ ਜੀ। ਹੁਣ ਦੇਖੋ ਸਟਰਕਚਰ ਐਂਡ ਸਾਈਜ਼ ਆਫ ਕਲਾਸਰੂਮ ਇਹ ਕਰ ਸਕਦਾ। ਹੁਣ ਦੇਖੋ ਕਲਾਸ ਕਿੱਦਾਂ ਦੀ ਬਣੀ ਹੋਈ ਆ, ਕਿੰਨੇ ਕੁ ਬੱਚੇ ਆ ਕਲਾਸ ਦੇ ਵਿੱਚ, ਇਹ ਤਾਂ ਇਫੈਕਟ ਕਰ ਸਕਦਾ ਕਿ ਟੀਚਰ ਉਹਦਾ ਬੱਚੇ ਵੱਲ ਧਿਆਨ ਦੇ ਰਿਹਾ ਕਿ ਨਹੀਂ ਜਾਂ ਦੇ ਸਕਦਾ ਕਿ ਨਹੀਂ। ਅਗਲਾ ਹੈ ਜੀ ਟੀਚਰ ਦੀ ਪਰਸਨੈਲਿਟੀ ਤੇ ਐਟੀਟਿਊਡ। ਬਿਲਕੁਲ ਟੀਚਰ ਦੀ ਅਗਰ ਪਰਸਨੈਲਿਟੀ ਬੱਚੇ ਦੇ ਮਨ ਦੇ ਉੱਤੇ ਪ੍ਰਭਾਵ ਪਾਊਗੀ, ਉਹਦਾ ਐਟੀਟਿਊਡ ਪੋਜ਼ਿਟਿਵ ਹੋਏਗਾ ਤਾਂ ਆਬਵੀਅਸਲੀ ਬੱਚਾ ਸਿੱਖੇਗਾ। ਲਰਨਰਸ ਮੋਟੀਵੇਸ਼ਨ ਐਂਡ ਇੰਟਰਸਟ, ਅਗਰ ਲਰਨਰ ਮੋਟੀਵੇਟਿਡ ਹੋਏਗਾ ਬੱਚਾ, ਉਹਦਾ ਇੰਟਰਸਟ ਵੀ ਹੋਏਗਾ, ਇੰਟਰਸਟ ਨਾਲ ਪੜ੍ਹੇਗਾ ਤਾਂ ਬੇਸ਼ੱਕ ਇਫੈਕਟ ਪਊਗਾ। ਪਰ ਪੇਰੈਂਟ ਚਾਹੇ ਗਰੀਬ ਹੋਣ ਅਮੀਰ ਹੋਣ, ਲੇਕਿਨ ਅਗਰ ਉੱਪਰਲੇ ਤਿੰਨ ਫੈਕਟਰ ਸਹੀ ਆ ਤਾਂ ਇਹ ਚੀਜ਼ ਇਫੈਕਟ ਨਹੀਂ ਕਰੇਗੀ। ਤਾਂ ਚੌਥਾ ਆਪਸ਼ਨ ਹੈ ਜੀ ਕੁਐਸਚਨ ਦੇ ਹਿਸਾਬ ਨਾਲ ਕਿ ਕਿਹੜੀ ਇਫੈਕਟ ਨਹੀਂ ਕਰੇਗੀ ਲਰਨਿੰਗ ਆਊਟਕਮ ਨੂੰ, ਤਾਂ ਆਪਸ਼ਨ ਨੰਬਰ ਡੀ। ਕੁਐਸਚਨ ਨੰਬਰ 5ਵਾਂ, a test which is designed to provide a measure of performance that is interpretable in terms of an individual's relative standing in some known group। ਕਹਿੰਦੇ ਇੱਕ ਗਰੁੱਪ ਆ, ਗਰੁੱਪ ਦੇ ਹਿਸਾਬ ਨਾਲ ਅਸੀਂ ਦੇਖਣਾ ਚਾਹੁੰਦੇ ਆ ਕਿ ਬੱਚਾ ਕਿੱਥੇ ਸਟੈਂਡ ਕਰ ਰਿਹਾ ਆ, ਤੇ ਉਹਦੇ ਲਈ ਅਸੀਂ ਉਹਦਾ ਇੱਕ ਟੈਸਟ ਕੰਡਕਟ ਕਰਵਾਉਂਦੇ ਆ। ਤਾਂ ਉਸ ਟੈਸਟ ਨੂੰ ਅਸੀਂ ਕੀ ਕਹਿੰਦੇ ਆ? ਕਿ ਉਹਨੂੰ ਅਸੀਂ ਆਬਜੈਕਟਿਵ ਰੈਫਰੈਂਸ ਟੈਸਟ ਕਹਿੰਦੇ ਆ? ਬਿਲਕੁਲ ਨਹੀਂ। ਐਪਟੀਟਿਊਡ ਟੈਸਟ ਵੀ ਨਹੀਂ ਕਹਿੰਦੇ। ਕ੍ਰਾਈਟੀਰੀਅਨ ਰੈਫਰੈਂਸ ਇੱਕ ਕ੍ਰਾਈਟੀਰੀਆ ਸੈੱਟ ਹੁੰਦਾ ਆ, ਉਹ ਆਪਾਂ ਪੜ੍ਹ ਚੁੱਕੇ ਪਿਛਲੀ ਵੀਡੀਓ ਦੇ ਵਿੱਚ, ਤੇ ਇਹ ਹੈ ਜੀ ਨੋਰਮ ਰੈਫਰੈਂਸ ਟੈਸਟ। ਮਤਲਬ ਇੱਕ ਨੋਰਮਸ ਰੱਖੇ ਆ, ਇੱਕ ਗਰੁੱਪ ਦੇ ਕੋਈ ਰੂਲਸ ਰੱਖੇ ਹੋਏ ਆ, ਉਸ ਹਿਸਾਬ ਨਾਲ ਦੇਖਣਾ ਕਿ ਬੱਚਾ ਉੱਥੇ ਉਹਦੇ ਵਿੱਚ ਕਿੱਥੇ ਕੁ ਸਟੈਂਡ ਕਰਦਾ, ਤਾਂ ਉਹਨੂੰ ਕਹਿੰਦੇ ਆ ਜੀ ਨੋਰਮ ਰੈਫਰੈਂਸਡ ਟੈਸਟ। ਤਾਂ ਪੰਜਵੇਂ ਦਾ ਆਪਸ਼ਨ ਹੈ ਜੀ ਸੀ। ਕੁਐਸਚਨ ਨੰਬਰ 6ਵਾਂ, ਰਿਸੈਪਟਿਵ ਸਕਿੱਲਸ ਆਰ। ਦੇਖੋ ਰਿਸੈਪਟਿਵ ਦਾ ਮਤਲਬ ਹੁੰਦਾ ਜੀ ਰਿਸੀਵ ਕਰਨਾ। ਹੁਣ ਬੱਚਾ ਕਿਹਦੇ ਵਿੱਚ ਕੋਈ ਚੀਜ਼ ਰਿਸੀਵ ਕਰ ਰਿਹਾ, ਅਸੀਂ ਇਹ ਪਹਿਲਾਂ ਵੀ ਸਮਝ ਚੁੱਕੇ ਪਿਛਲੀ ਵੀਡੀਓ ਵਿੱਚ ਵੀ। ਤੇ ਰਿਸੈਪਟਿਵ ਸਕਿੱਲਸ ਕਿਹੜੀਆਂ ਹੁੰਦੀਆਂ ਵਾ? ਪੈਸਿਵ ਸਕਿੱਲਸ, ਜਿਹਦੇ ਵਿੱਚ ਬੱਚਾ ਕੁਝ ਗ੍ਰਹਿਣ ਕਰ ਰਿਹਾ ਵਾ। ਐਕਟਿਵ ਹੁੰਦਾ ਵਾ ਜੋ ਕਿ ਪ੍ਰੋਡਕਟਿਵ ਹੁੰਦੀਆਂ ਆ, ਐਕਟਿਵ ਹੁੰਦੀਆਂ ਪ੍ਰੋਡਕਟਿਵ, ਜਿਹਦੇ ਵਿੱਚ ਬੱਚਾ ਕੁਝ ਮਤਲਬ ਕੋਈ ਨਾ ਕੋਈ ਹਰਕਤ ਕਰ ਰਿਹਾ, ਕੋਈ ਕੰਮ ਕਰ ਰਿਹਾ, ਜਿੱਦਾਂ ਕਿ ਰੀਡ ਕਰ ਰਿਹਾ ਜਾਂ ਬੋਲ ਰਿਹਾ।
लेकिन पैसिव की आ जो बच्चा सुन रहा वा या लिसन कर रहा वा, ठीक है जी, ਉਹਨੂੰ ਅਸੀਂ ਪੈਸਿਵ ਸਕਿੱਲਸ ਦਾ ਨਾਮ ਦਿੰਨੇ, ਜਾਂ ਰੀਡਿੰਗ ਕਰ ਰਿਹਾ, ਜਾਂ ਇਹਦੇ ਵਿੱਚ ਰੀਡਿੰਗ ਕਰ ਰਿਹਾ ਆ ਤੇ ਜਾਂ ਬੱਚਾ ਕੀ ਕਰ ਰਿਹਾ ਆ, ਲਿਸਨਿੰਗ ਕਰ ਰਿਹਾ, ਸੁਣ ਰਿਹਾ ਆ, ਠੀਕ ਹੈ ਜੀ। ਇਹ ਚੀਜ਼ ਧਿਆਨ ਰੱਖਣੀ ਹੈ। ਇਹ ਹੁੰਦੀਆਂ ਜੀ ਪੈਸਿਵ ਸਕਿੱਲਸ ਜਾਂ ਰਿਸੈਪਟਿਵ ਸਕਿੱਲਸ। ਕੁਐਸਚਨ ਨੰਬਰ 7, the best way to develop a child's vocabulary at the initial stage, ਸ਼ੁਰੂਆਤੀ ਸਟੇਜ ਦੇ ਵਿੱਚ ਬੱਚੇ ਦੀ ਅਗਰ ਅਸੀਂ ਵੋਕੈਬਲਰੀ ਵਧਾਉਣਾ ਚਾਹੁੰਦੇ ਆ ਤਾਂ ਉਹਦਾ ਬੈਸਟ ਤਰੀਕਾ ਕੀ ਆ। ਬੱਚੇ ਨੂੰ ਕੱਲਾ ਕਿਤਾਬਾਂ ਪੜ੍ਹਨੀ ਛੱਡ ਦਿਓ, ਨਹੀਂ ਜੀ, ਬੱਚਾ ਕਿਤਾਬਾਂ ਪੜ੍ਹੀ ਜਾਊਗਾ, ਸਮਝੂਗਾ ਕਿ ਸਮਝਣਾ ਵੀ ਪੈਣਾ ਆ। ਬੱਚੇ ਨੂੰ ਟੀਵੀ ਤੇ ਪ੍ਰੋਗਰਾਮ ਦਿਖਾ ਦਿਓ, ਅੱਜ ਕੱਲ ਬੱਚੇ ਏਦਾਂ ਹੀ ਸਿੱਖਦੇ ਆ, ਲੇਕਿਨ ਅਸੀਂ ਜਵਾਬ ਕਿੱਦਾਂ ਦੇਣੇ ਆ, ਅਸੀਂ ਜਵਾਬ ਦੇਣੇ ਆ ਬੁੱਕ ਦੇ ਹਿਸਾਬ ਦੇ ਨਾਲ, ਜੋ ਅਸੀਂ ਟੀਚਰਿੰਗ ਦੇ ਹਿਸਾਬ ਨਾਲ ਦੇਖਣਾ ਹੈ। ਇਹ ਨਹੀਂ ਕਿ ਕਹਿਣਾ ਵੀ ਟੀਵੀ ਦਿਖਾਈ ਜਾਓ ਬੱਚੇ ਨੂੰ, ਬੱਚੇ ਨੂੰ ਬਹੁਤ ਛੋਟੀ ਉਮਰ ਤੋਂ ਸਕੂਲ ਭੇਜ ਦਿਓ, ਬਿਲਕੁਲ ਨਹੀਂ। ਤਾਂ ਸਹੀ ਮੈਥਡ ਕੀ ਆ, ਬੱਚੇ ਨਾਲ ਗੱਲਾਂ ਕਰੋ, ਬੱਚਾ ਨਵੇਂ ਸ਼ਬਦ ਸਿੱਖੂਗਾ, ਨਵੀਆਂ ਚੀਜ਼ਾਂ ਸਿੱਖੂਗਾ, ਅਗਰ ਉੱਚੀ ਉੱਚੀ ਪੜੂਗਾ ਤੇ ਉਹਦੇ ਦਿਮਾਗ ਵਿੱਚ ਆਊਗਾ ਕਿ ਇਹ ਸ਼ਬਦ ਦਾ ਕੀ ਮਤਲਬ ਆ। ਤਾਂ ਇਸ ਕਰਕੇ ਇਹਦਾ ਜੋ ਸਹੀ ਆਪਸ਼ਨ ਆ, ਆਪਸ਼ਨ ਨੰਬਰ ਸੀ। ਕੁਐਸਚਨ ਨੰਬਰ 8, ਜੋ ਕੰਟੈਂਟ ਵਰਡਸ ਆ, ਕੰਟੈਂਟ ਵਰਡਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ। ਤਾਂ ਜੋ ਕੰਟੈਂਟ ਵਰਡਸ ਆ ਉਹਨੂੰ ਕਹਿੰਦੇ ਆ ਜੀ ਲੈਕਸੀਕਲ ਵਰਡਸ। ਕੰਟੈਂਟ ਵਰਡ ਕਿਹੜੇ ਹੁੰਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਆ ਜੀ ਲੈਕਸੀਕਲ ਵਰਡਸ। क्वेश्चन नंबर 9 वाल चलते हैं जी, एक मिनट, हाँ जी, हाँ जी। तो जो कंटेंट वर्ड्स आ ना, वो मीनिंगफुल वर्ड्स हुंदे आ, उन्हां दा कोई ना कोई मीनिंग हुंदा आ। कंटेंट वर्ड्स आर मीनिंगफुल, मतलब इन्हां दा कोई ना कोई मतलब जरूर है, इन्हूं असीं मीनिंगफुल वर्ड्स कहने आ। क्वेश्चन नंबर 9, विच ऑफ द फॉलोइंग स्टेटमेंट इज करेक्ट, इन्हां विचों किहड़ी स्टेटमेंट है जो सही आ। लर्निंग एक अनकॉन्शियस प्रोसेस आ, गलत आ जी। लर्निंग एक कॉन्शियस प्रोसेस हुंदी आ। एक्विजिशन कॉन्शियस आ, नहीं जी, एक्विजिशन अनकॉन्शियस हुंदी आ, अगर तुसीं डिटेल च पढ़िया होवे। नन ऑफ दीज नहीं हैगा, बी ऑप्शन सही है कि जो ग्रुप एक्टिविटी है, बच्चे जो ग्रुप च काम करते हैं तो इन्फॉर्मेशन का ट्रांसफर जरूर हुंदी है। कोई बच्चा कुछ बोलता है, दूसरा कुछ बोलता है, एक दूसरे को नवी नवी चीजें सीखते हैं, यानी कि इंफॉर्मेशन ट्रांसफर होती है। सो 9 है जी ऑप्शन नंबर बी। क्वेश्चन नंबर 10, क्वेश्चन नंबर 10 है अ टीचर इन अ क्लास, एक मिनट, हाँ जी, अ टीचर इन ए क्लास शोज रियल ऑब्जेक्ट्स वन बाय वन। कहते टीचर आ क्लास दे विच नवीं कोई नवीं नहीं कोई असली चीज़ां दिखा रहा है ते उन्हां दा नाम ले रहा। मान लो पेंसिल दिखाती, उन्होंने कहता पेंसिल, पेन दिखाता, इरेजर दिखाती, शार्पनर दिखाता, तो उसका नाम ले लिया। ਇਹਦਾ ਪਰਪਸ ਕੀ ਆ, ਉਹ ਕਰਨਾ ਕੀ ਚਾਹੁੰਦਾ ਇਹਦੇ ਵਿੱਚ। ਤਾਂ ਉਹ ਕਰਨਾ ਕੀ ਚਾਹੁੰਦਾ ਆ ਕਿ ਉਹ ਬੱਚੇ ਨੂੰ ਮੋਟੀਵੇਟ ਕਰਨਾ ਚਾਹੁੰਦਾ ਤੇ ਲੈਸਨ ਇੰਟਰਸਟਿੰਗ ਬਣਾਉਣਾ ਚਾਹੁੰਦਾ ਆ, ਹੋ ਸਕਦਾ ਆ ਕਿ ਉਹ ਬੱਚੇ ਦੀ ਪ੍ਰੋਨਾਂਸੀਏਸ਼ਨ ਸੁਧਾਰਨਾ ਚਾਹੁੰਦਾ, ਪ੍ਰੋਨਾਂਸੀਏਸ਼ਨ ਸੁਧਾਰਨਾ ਚਾਹੁੰਦਾ, ਹੋ ਸਕਦਾ ਆ ਕਿ ਉਹ ਕਰੈਕਟ ਸਪੈਲਿੰਗ ਦੱਸਣਾ ਚਾਹੁੰਦਾ, ਸਪੈਲਿੰਗ ਦਾ ਸ਼ਾਇਦ ਇਹਦੇ ਵਿੱਚ ਨਹੀਂ ਹੋਣਾ ਕਿਉਂਕਿ ਸਪੈਲਿੰਗ ਤਾਂ ਉਹ ਬੋਲ ਨਹੀਂ ਰਿਹਾ। ਤੇ ਹੋ ਸਕਦਾ ਕਿ ਉਹ ਇਹ ਚਾਹੁੰਦਾ ਕਿ ਬੱਚੇ ਨੂੰ ਨਵੇਂ-ਨਵੇਂ ਸ਼ਬਦ ਸਿੱਖਣ ਨੂੰ ਮਿਲਣ, ਉਹਦੀ ਵੋਕੈਬਲਰੀ ਵਧੇ, ਕਿਉਂਕਿ ਉਹ ਵਰਡਸ ਨੂੰ ਰੀਅਲ ਲਾਈਫ ਆਬਜੈਕਟ ਦੇ ਨਾਲ ਜੋੜ ਰਿਹਾ, ਕਿਉਂਕਿ ਦਿਖਾ ਰਿਹਾ ਕਿ ਇਹ ਪੈਨਸਿਲ ਆ, ਇਹ ਟੇਬਲ ਆ, ਇਰੇਜ਼ਰ ਆ, ਸ਼ਾਰਪਨਰ ਆ, ਪੈਨ ਆ। ਸੋ ਇਹਨਾਂ ਵਿੱਚੋਂ ਜੋ ਜ਼ਿਆਦਾ ਸਹੀ ਆਪਸ਼ਨ ਆ ਉਹ ਹੈ ਜੀ ਆਪਸ਼ਨ ਨੰਬਰ ਡੀ। ਆਪਾਂ ਨੂੰ ਇੱਕ ਤੋਂ ਜ਼ਿਆਦਾ ਸਹੀ ਆਪਸ਼ਨ ਲੱਗ ਸਕਦੇ ਆ, ਲੇਕਿਨ ਆਪਾਂ ਬੈਸਟ ਆਪਸ਼ਨ ਚੂਜ਼ ਕਰਨਾ 10th ਦਾ ਹੈ ਜੀ ਡੀ। ਕੁਐਸਚਨ ਨੰਬਰ 11, what do you mean when we say anticipation in reading। ਕਹਿੰਦੇ ਅਗਰ ਇੱਕ ਅਸੀਂ ਕਹਿੰਦੇ ਆ ਕਿ anticipation in reading, ਇਹਦਾ ਮਤਲਬ ਕੀ ਆ। ਇਹਦਾ ਮਤਲਬ ਹੁੰਦਾ ਜੀ ਗੈਸਿੰਗ, ਯਾਨੀ ਕਿ ਤੁੱਕਾ ਲਗਾਣਾ। ਇਹਦਾ ਮਤਲਬ ਹੈ ਜੀ ਤੁੱਕਾ ਲਗਾਣਾ। ਕੁਐਸਚਨ ਨੰਬਰ 12, ਫੰਕਸ਼ਨ ਵਰਡਸ ਆਰ ਆਲਸੋ ਕਾਲਡ। ਫੰਕਸ਼ਨ ਵਰਡਸ ਨੂੰ ਹੋਰ ਕੀ ਕਹਿੰਦੇ ਆ, ਉਹਨਾਂ ਨੂੰ ਕਹਿੰਦੇ ਆ ਜੀ ਫਾਰਮ ਵਰਡਸ। ਕੀ ਕਹਿੰਦੇ ਆ, ਫਾਰਮ ਵਰਡਸ। ਹੁਣ ਫੰਕਸ਼ਨ ਵਰਡ ਹੁੰਦੇ ਕੀ ਆ, ਫੰਕਸ਼ਨ ਵਰਡ ਹੁੰਦੇ ਆ ਵਿਚ ਹੈਵ ਲਿਟਲ ਮੀਨਿੰਗ, ਮਤਲਬ ਉਹਨਾਂ ਦਾ ਮੀਨਿੰਗ ਆਪਣੇ ਆਪ ਦੇ ਵਿੱਚ ਬਹੁਤ ਘੱਟ ਹੁੰਦਾ ਆ, ਯਾਨੀ ਕਿ ਉਹ ਮੀਨਿੰਗਫੁਲ ਵਰਡ ਬਹੁਤੇ ਨਹੀਂ ਹੁੰਦੇ। ਫॉर एग्जांपल ਜਿੱਦਾਂ ਕਿ ਪ੍ਰੈਪੋਜੀਸ਼ਨਸ ਹੁੰਦੀਆਂ ਆ, ਠੀਕ ਆ, ਪ੍ਰੈਪੋਜੀਸ਼ਨਸ ਹੋ ਗਈਆਂ ਜਾਂ ਸਾਡੇ ਕੋਲ ਹੋ ਗਏ ਆਰਟੀਕਲਸ ਜਾਂ ਪ੍ਰੋਨਾਉਂਸ, ਇਹ ਸਾਰੇ ਕੀ ਆ, ਇਹ ਸਾਰੇ ਹੈਗੇ ਆ ਜੀ ਫਾਰਮ ਵਰਡਸ ਆ, ਠੀਕ ਹੈ, ਜਿਹਨਾਂ ਦਾ ਆਪਣੇ ਆਪ ਚ ਬਹੁਤ ਘੱਟ ਮੀਨਿੰਗ ਹੁੰਦਾ ਹੈ, ਠੀਕ। क्वेश्चन नंबर 13, 25 क्वेश्चन है जी। A child of class second falls sick very often। एक बच्चा सेकंड क्लास का बहुत ज्यादा बीमार हो जाता, जल्दी बीमार हो जाता, इस करके उन्होंने डॉक्टर को जाने लिए क्लास तो छुट्टी लेनी पैंदी है या स्कूल तो छुट्टी लेंदा है। इस हुण जो प्रॉब्लम आ उन नाल कादे ते इफेक्ट पऊगा कि ओदी कोग्निटिव एबिलिटीज यानी कि अंडरस्टैंडिंग ते इफेक्ट पऊगा, पै सकदा है। मोटर स्किल्स ते इफेक्ट पऊगा, नहीं, ये नहीं पैंदा। कि टॉकिंग या स्पीकिंग ते इफेक्ट पऊगा, नहीं।
ਕਿਤੇ ਜ਼ਿਆਦਾ ਇਫੈਕਟ ਪਊਗਾ ਲਰਨਿੰਗ ਸੈਕੰਡ ਲੈਂਗੁਏਜ। ਸੋ ਇਹਦੇ ਹਿਸਾਬ ਨਾਲ ਕੀ ਆ ਆਪਸ਼ਨ ਨੰਬਰ ਡੀ। ਕਾਰਨ ਕੀ ਆ? ਇਹਦਾ ਕਾਰਨ ਇਹ ਆ ਕਿ ਬੱਚਾ ਮਾਤ ਭਾਸ਼ਾ ਦਾ ਘਰ ਦੇ ਵਿੱਚ ਵੀ ਸਿੱਖ ਲੈਂਦਾ, ਲੇਕਿਨ ਅਗਰ ਸੈਕੰਡ ਲੈਂਗੁਏਜ ਘਰ ਦੇ ਵਿੱਚ ਨਹੀਂ ਬੋਲੀ ਜਾਂਦੀ ਤਾਂ ਉਹ ਕਿੱਥੇ ਸਿਖਾਈ ਜਾਂਦੀ ਆ? ਸਕੂਲ ਦੇ ਵਿੱਚ ਸਿਖਾਈ ਜਾਂਦੀ ਆ। ਅਗਰ ਸਕੂਲ ਤੋਂ ਛੁੱਟੀ ਕਰੇਗਾ ਤਾਂ ਉਹ ਨਵੀਂ ਲੈਂਗੁਏਜ ਸੈਕੰਡ ਲੈਂਗੁਏਜ ਕਿੱਦਾਂ ਸਿੱਖੇਗਾ? ਸੋ ਜ਼ਿਆਦਾ ਇੱਥੇ ਆਨਸਰ ਸਹੀ ਆ ਆਪਸ਼ਨ ਨੰਬਰ ਡੀ। ਸੋ ਅਗਰ ਵੀਡੀਓ ਵਧੀਆ ਲੱਗ ਰਹੀ ਹੈ ਤੇ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਫਰੈਂਡਸ ਨਾਲ ਸ਼ੇਅਰ ਕਰ ਦਿਓ। ਕੁਝ ਦੱਸਣਾ ਚਾਹੋ ਕਮੈਂਟ ਦੇ ਵਿੱਚ ਦੱਸ ਸਕਦੇ ਆ, ਕੁਝ ਪੁੱਛਣਾ ਚਾਹੋ ਕਿ ਸਹੀ ਲੱਗ ਰਿਹਾ ਕਿ ਨਹੀਂ, ਜ਼ਰੂਰ ਸ਼ੇਅਰ ਕਰਿਓ। क्वेश्चन नंबर 14 रिकैप्चुलेशन का की मतलब है? आप टीपी लगती है, आप लेसन प्लान बनाने, आप रिकैप्चुलेशन जरूर लिखते हैं। रिकैप्चुलेशन है की आ? रिकैप्चुलेशन हुंदी आ जी समिंग अप, यानी कि लेसन नु सम अप करना है, खत्म करना, कंप्लीट करना, बच्चों नु पूछना कि होया की है। ठीक है जी, समिंग अप हुंदा। क्वेश्चन नंबर 15 रोहिणी एक 6th क्लास दी टीचर आ, वो हमेशा ट्राई करदी आ कि लर्नर वर्ड्स ਨੂੰ ਵਧੀਆ ਸਹੀ ਤਰੀਕੇ ਨਾਲ ਪ੍ਰੋਨਾਂਸ ਕਰਨ ਤੇ ਉਹਨਾਂ ਦੇ ਸਪੈਲਿੰਗ ਵੀ ਸਹੀ ਲਿਖਣ। which aspect of vocabulary development she tries to develop in her learners? ਉਹ ਆਪਣੇ ਬੱਚਿਆਂ ਦੇ ਵਿੱਚ vocabulary development ਦਾ ਕਿਹੜਾ ਐਸਪੈਕਟ ਡਿਵੈਲਪ ਕਰਨਾ ਚਾਹੁੰਦੀ ਹੈ? ਤਾਂ 15th ਦਾ ਆਪਸ਼ਨ ਹੈ ਜੀ ਡੀ, ਯਾਨੀ ਕਿ ਸਿਮੈਂਟਿਕ, ਯਾਨੀ ਕਿ ਉਹਨਾਂ ਦੇ ਜੋ ਵਰਡਸ ਦੇ ਸਟਰਕਚਰਲ ਐਸਪੈਕਟ ਆ। ਸਿਮੈਂਟਿਕ ਦਾ ਮਤਲਬ ਇੱਥੇ ਮੈਂ ਸਟਰਕਚਰ ਲਿਖਿਆ ਹੋਇਆ ਵਾ, ਤੇ ਉਹਨਾਂ ਨੂੰ ਸੁਧਾਰਨਾ ਚਾਹੁੰਦੀ ਆ ਤਾਂ ਕਿ ਉਹ ਵਰਡਸ ਨੂੰ ਸਹੀ ਤਰੀਕੇ ਨਾਲ ਪ੍ਰੋਨਾਂਸ ਕਰੇ ਬੱਚਾ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਪੈਲਿੰਗ ਵੀ ਦੇ। ਠੀਕ ਹੈ ਜੀ। ਉਹਨੇ ਜੋ ਸਿਮੈਂਟਿਕ ਆ, ਜੋ ਸਟਰਕਚਰ ਲਿਖਿਆ, ਸਿਮੈਂਟਿਕ ਦਾ ਮਤਲਬ ਕੀ ਹੁੰਦਾ ਹੈ ਕਿ ਇਹ ਵਰਡਸ ਦੇ ਮੀਨਿੰਗ ਤੇ ਸੈਂਟੈਂਸ ਦੇ ਮੀਨਿੰਗ ਦੇ ਨਾਲ ਜੁੜਿਆ ਹੁੰਦਾ। ਸੋ ਇਹਦਾ ਆਪਸ਼ਨ ਹੈ ਜੀ ਡੀ। ਕੁਐਸਚਨ ਨੰਬਰ 16 ਇਨ ਫੋਨੈਟਿਕ ਮੈਥਡ the children are taught to recognize relationship between। ਜੋ ਫੋਨੈਟਿਕ ਮੈਥਡ ਆ, ਬੱਚੇ ਕਿਹਦੇ ਵਿੱਚ ਰਿਲੇਸ਼ਨਸ਼ਿਪ ਲੱਭਦੇ ਆ? ਕਿ ਉਹ ਲੈਟਰ ਤੇ ਸਾਊਂਡ ਦੇ ਵਿੱਚ ਲੱਭਦੇ ਆ, ਵਰਡ ਤੇ ਸਾਊਂਡ ਦੇ ਵਿੱਚ ਲੱਭਦੇ ਆ, ਫਰੇਜ਼ ਤੇ ਸਾਊਂਡ ਚ ਲੱਭਦੇ ਆ, ਕਿਸੇ ਚ ਨਹੀਂ ਲੱਭਦੇ। ਸੋ ਇਹ ਜੀ ਲੈਟਰ ਐਂਡ ਸਾਊਂਡ, ਯਾਨੀ ਕਿ ਕਿਹੜਾ ਲੈਟਰ ਆ, ਕਿਹੜਾ ਅਲਫਾਬੈਟ ਆ, ਉਹਦੀ ਸਾਊਂਡ ਕਿੱਦਾਂ ਪ੍ਰੋਡਿਊਸ ਕੀਤੀ ਜਾਂਦੀ ਆ, ਕਿਉਂਕਿ ਜੋ ਫੋਨੈਟਿਕ ਆ ਉਹ ਸਾਊਂਡ ਨਾਲ ਰਿਲੇਟਡ ਹੁੰਦਾ। ਸੋ ਕਿਹੜਾ ਲੈਟਰ ਆ, ਐਲ ਦੀ ਆਵਾਜ਼ ਕਿੱਦਾਂ ਆਉਂਦੀ ਆ, ਏ ਦੀ ਆਵਾਜ਼ ਕਿੱਦਾਂ ਆਉਂਦੀ ਆ? ਸੋ ਲੈਟਰਸ ਐਂਡ ਸਾਊਂਡਸ। ठीक है जी, ऑप्शन ए इज करेक्ट। क्वेश्चन नंबर 17 मैक्रो टीचिंग। मैक्रो टीच आप करते हैं माइक्रो टीचिंग, मैक्रो टीचिंग, माइक्रो लेसन प्लान, मैक्रो लेसन प्लान। सो 17th किया कि जो मैक्रो टीचिंग है वो किया जी टीचिंग वन और मोर स्किल्स एट ए टाइम। ठीक है जी, एक स्किल नु सिखाना, ठीक है, या एक तो ज्यादा स्किल नु सिखाना। देखो अगर एक स्किल नु सिखाते हो माइक्रो टीचिंग भी कहते हैं, नो डाउट, लेकिन उन्हें इत्थे ऑप्शंस के हिसाब नाल आपां आंसर देना है कि मैक्रो टीचिंग की है या एक नूं या एक तो ज्यादा। जनरली एक तो ज्यादा भी हो सकती है, ਅਸੀਂ ऑप्शन के हिसाब नाल आंसर देना। ऑप्शन तां इदां बनाए गए आ कि सानू भुलेखा ना रहे। सो टीचिंग वन और मोर स्किल्स एट ए टाइम 17 दा है जी सी। क्वेश्चन नंबर 18 इन लर्निंग अ न्यू लैंग्वेज। ਜਦੋਂ ਅਸੀਂ ਨਵੀਂ ਲੈਂਗੁਏਜ ਸਿੱਖਣਾ ਚਾਹੁੰਦੇ ਆ ਤਾਂ ਅਸੀਂ ਪੜ੍ਹ ਕੇ ਆਏ ਕਿ ਅਗਰ ਨਵੀਂ ਲੈਂਗੁਏਜ ਸਿੱਖਣਾ ਚਾਹੁੰਦੇ ਆ ਤਾਂ ਸਾਨੂੰ ਮਾਤ ਭਾਸ਼ਾ ਤੇ ਪਕੜ ਹੋਣੀ ਚਾਹੀਦੀ ਆ। ਤਾਂ 18th ਕਹਿੰਦਾ ਆ कि अगर कोई नवी लैंग्वेज सीखना चाहता है तो उन्होंने मात भाषा बिल्कुल भी नहीं यूज करनी चाहिए। नहीं जी, मात भाषा तो उन्होंने हेल्प करती है। नॉलेज ऑफ मदर टंग इज हेल्पफुल, बिल्कुल ही हेल्पफुल आ। कहते अगर मदर टंग यूज करिए तो नवी लैंग्वेज सीखण दे विच इंटरफेयर करती है, यानी वो सीखण च रुकावट पैदा करती है, बिल्कुल भी नहीं। जबकि मदर टंग की नॉलेज बहुत ज्यादा हेल्पफुल करती है, और रीइनफोर्स करती है भी हाँ नवी लैंग्वेज सीखी जा सकती है। क्वेश्चन नंबर 19 बिफोर कमिंग टू स्कूल, स्कूल विच आने तो पहला चिल्ड्रन आर बच्चे वेल वर्स्ड इन मोर देन वन लैंग्वेजेस की उन्होंने एक तो ज्यादा लैंग्वेज आंदियां हुंदियां। देखो आम तौर ते नहीं, क्यों? क्योंकि जरूरी तो नहीं कि सारे बच्चों को आंदी। हुण असीं जनरल गल करदे आ, नहीं आंदी हुंदी, मेनली उन्हां नूं मात भाषा आंदी है। कहंदे उन्होंने सैकेंड लैंग्वेज बारे कुछ नहीं पता हुंदा। इत्थे के गलत पै गया, एल आना सी। सैकेंड लैंग्वेज बारे क्यों नहीं पता हुंदा? हुण देखो जदों बच्चा छोटा हुंदा वा मात भाषा तो बोलदा आ, लेकिन उन्होंने ए बी सी फैन कह लग पैंदे आ, बल्ब कह लग पैंदे आ, टंग कह दिंदे आ, नोज, टीथ सब कुछ कह लग पैंदे। नहीं थोड़ा बहुत तो पता है कि उन्होंने सारे ग्रामेटिकल रूल्स पता हुंदा नहीं, जो तो वड्डियां नूं भी नहीं पूरे पता हुंदा, कई बारी आम लोकां नूं। सो की आ वैल इक्विप्ड विद देयर नेटिव लैंग्वेज, यानी कि मात भाषा नाल उन्हां नूं काफी ज्यादा पता हुंदा, जिन्हों वो समझ भी सकते हैं ते अपनी भावनावां नूं उहनां नाल एक्सप्लेन भी कर सकते हैं। सो 19 दा है जी ऑप्शन नंबर सी। 6 क्वेश्चन रह गए जी। क्वेश्चन नंबर 20 हाँ जी, विच ऑफ द फॉलोइंग इज नॉट अ कंपोनेंट ऑफ लैंग्वेज। केड़ा एक लैंग्वेज का कंपोनेंट नहीं है? सिंबल देखो लैंग्वेज का कंपोनेंट है,
ਵੋਕੈਬਲਰੀ ਵੀ ਹੈ, ਲੈਂਗੁਏਜ ਨਾਲ ਡਾਇਰੈਕਟਲੀ ਰਿਲੇਟਡ ਆ, ਸਾਊਂਡ ਵੀ ਹੈ, ਲੈਟਰ ਦੀ ਸਾਊਂਡ ਹੁੰਦੀ ਆ, ਸਟਰਕਚਰ ਨਹੀਂ ਹੈ ਜੀ ਲੈਂਗੁਏਜ ਨਾਲ ਰਿਲੇਟਡ, ਇਹਨਾਂ ਵਿੱਚੋਂ नहीं है रिलेटेड। सो 20th दा ऑप्शन है जी डी। क्वेश्चन नंबर 21, which of the following is not a characteristic of language? लैंग्वेज दी केड़ी एक characteristic नहीं है, गुण कह लो, ठीक है। सो 21वां पहला ऑप्शन है जी इट इज ए वाइटल पार्ट ऑफ ग्रोथ प्रोसेस। ये साडे ग्रोथ होने लई बहुत जरूरी है, बहुत वाइटल है, बिल्कुल ठीक है। ये प्रोडक्टिव है ते क्रिएटिव है, बिल्कुल ठीक है जी। कहंदे हर लैंग्वेज दे अपने ग्रामेटिकल रूल्स हुंदे आ, बिल्कुल ठीक है। कहंदे ये स्पॉन्टेनियस आ, अपने आप चलती रहती है, एंड नॉट ए रिजल्ट ऑफ इवैल्यूएशन। नहीं जी, इवैल्यूएशन हुंदी आ, बदलती रहती आ, लगातार ਇਹਦੇ ਵਿੱਚ ਵਾਧਾ ਹੁੰਦਾ ਰਹਿੰਦਾ ਆ। ਸੋ ਇਵੈਲੂਏਟ ਹੋ ਕੇ ਜਾਈਆ। ਪਹਿਲਾਂ ਤੁਸੀਂ ਦੇਖੋ ਕਿਦਾਂ ਲਿਪੀ ਹੁੰਦੀ ਸੀ, ਬਾਅਦ ਦੇ ਵਿੱਚ ਕੀ ਲਿਪੀ ਆਈ। ਪਹਿਲਾਂ ਲੋਕੀ ਗੱਲ ਕਰਦੇ ਸੀ ਜਾਂ ਚਿੱਤਰ ਲਿਪੀ ਹੁੰਦੀ ਸੀ ਜਾਂ ਕੁਝ ਵੀ ਕਰਦੇ ਸੀਗੇ, ਇੱਕ ਦੂਸਰੇ ਨਾਲ ਗੱਲਾਂ ਕਿੱਦਾਂ ਕਰਦੇ ਸੀਗੇ, ਲੇਕਿਨ ਇਵੈਲੂਏਟ ਹੋ ਕੇ ਇਹ ਭਾਸ਼ਾ ਇਵੈਲੂਏਸ਼ਨ ਦਾ ਨਤੀਜਾ ਆ। ਸੋ ਇਹ ਆਪਸ਼ਨ ਗਲਤ ਆ, ठीक है जी। 21वें दा है जी डी, ठीक है। ये एवोल्यूशन दा नतीजा वा, इथे नोट करके आंसर गलत हो गया। सो नोट करके सानू तो नोट ही पूछया, तो इस करके केड़ी करैक्टरिस्टिक नहीं है, डी ऑप्शन। क्वेश्चन नंबर 22वां, स्किमिंग इन लैंग्वेज लर्निंग इज। देखो स्किमिंग दा मतलब वैसे हुंदा वा मलाई उतारना दुध तो, फिर उस हिसाब नाल इंग्लिश लैंग्वेज दे हिसाब नाल ठीक है, पर आपां पढ़दे पए हां जी इंग्लिश पैडागोजी। ਤਾਂ ਇੰਗਲਿਸ਼ ਪੈਡਾਗੋਜੀ ਦੇ ਹਿਸਾਬ ਦੇ ਨਾਲ ਜੋ ਸਹੀ ਆਪਸ਼ਨ ਆ ਕਿ ਰੀਡਿੰਗ ਕੁਇਕਲੀ, ਤੇ ਤੀਜਾ ਕੀ ਆ ਰੀਡਿੰਗ ਕੁਇਕਲੀ ਟੂ ਫਾਈਂਡ ਵਾਟ ਇਟ ਇਜ਼ ਅਬਾਊਟ, ਯਾਨੀ ਕਿ ਤੇਜ਼ ਪੜਨਾ, ਉਹਦਾ ਅਸੀਂ ਸਾਰ ਲੱਭਣਾ ਚਾਹੁੰਦੇ ਆ ਕਿ ਇਹ ਐਕਚੁਅਲ ਚ ਹੈ ਕਿਹਦੇ ਬਾਰੇ ਆ। ਸੋ 22ਵੇਂ ਦਾ ਆਪਸ਼ਨ ਹੈ ਜੀ ਸੀ। ਕੁਐਸਚਨ ਨੰਬਰ 23ਵਾਂ 23rd, ਪ੍ਰੋਡਕਟਿਵ ਸਕਿੱਲਸ ਆਰ, ਜੋ ਮੈਂ ਤੁਹਾਨੂੰ ਪਤਾ ਹੁਣੇ ਸਿਖਾ ਕੇ ਆਇਆ ਜਾਂ ਸਮਝਾ ਕੇ ਆਇਆ ਜਾਂ ਆਪਾਂ ਸਿੱਖ ਕੇ ਆਏ ਆ। ਪ੍ਰੋਡਕਟਿਵ ਸਕਿੱਲਸ ਕੀ ਆ? ਪ੍ਰੋਡਕਟਿਵ ਸਕਿੱਲਸ ਨੂੰ ਅਸੀਂ ਐਕਟਿਵ ਸਕਿੱਲਸ ਵੀ ਕਹਿੰਦੇ ਆ, ਜਿਹਦੇ ਵਿੱਚ ਬੱਚਾ ਐਕਟਿਵ ਰਹਿੰਦਾ, ਜੋ ਮੈਂ ਪਹਿਲਾਂ ਹੀ ਕਿਹਾ ਸੀ। ਐਕਟਿਵ ਕੀ ਆ? ਉਹ ਹੈਗਾ ਜੀ ਆਪਸ਼ਨ ਨੰਬਰ ਤੁਸੀਂ ਦੇਖ ਕੇ ਪਛਾਣ ਗਏ ਹੋਣੇ ਆ, ਬੀ, ਸਪੀਕਿੰਗ ਐਂਡ ਰਾਈਟਿੰਗ, ਯਾਨੀ ਬੱਚਾ ਬੋਲ ਰਿਹਾ ਆ ਜਾਂ ਲਿਖ ਰਿਹਾ, ਯਾਨੀ ਆਪਣੇ ਭਾਵਾਂ ਨੂੰ ਵਿਅਕਤ ਕਰ ਰਿਹਾ ਕਿਸੇ ਨਾ ਕਿਸੇ ਤਰੀਕੇ। ਸੋ 23ਵੇਂ ਦਾ ਹੈ ਜੀ ਬੀ। ਕੁਐਸਚਨ ਨੰਬਰ 24, ਰਿਵਿਊ ਮੀਨਸ, ਕਿਸੇ ਚੀਜ਼ ਦਾ ਆਪਾਂ ਰਿਵਿਊ ਕਰਨੇ, ਆਪਾਂ ਫਿਲਮਾਂ ਦੇ ਰਿਵਿਊ ਦੇਖਦੇ ਆ ਜਾਂ ਕਰਦੇ ਆ ਜਾਂ ਨੈਟ ਤੋਂ ਚੈੱਕ ਕਰਦੇ ਆ, ਤਾਂ ਰਿਵਿਊ ਦਾ ਮਤਲਬ ਕੀ ਆ? ਕ੍ਰਿਟੀਕਲ ਇਵੈਲੂਏਸ਼ਨ, ਯਾਨੀ ਕਿ ਉਹਨੂੰ ਹਰ ਪੱਖ ਤੋਂ ਦੱਸਣਾ ਕਿ ਉਹਦੇ ਵਿੱਚ ਕੀ ਚੰਗਾ ਕੀ ਨਹੀਂ, ਉਹਨੂੰ ਕ੍ਰਿਟੀਕਲੀ ਇਵੈਲੂਏਟ ਕਰਨਾ, ਠੀਕ ਹੈ ਜੀ। क्वेश्चन नंबर आज दा लास्ट। सो लास्ट क्वेश्चन, अगर वीडियो वधिया लगे तो लाइक कर दियो, चैनल ਨੂੰ सब्सक्राइब कर दियो, फ्रेंड्स ਨਾਲ शेयर भी कर दियो, ਤੇ अगर कोई सजेशन देना चाहो तो कमेंट बॉक्स ਸਾਡੇ ਲਈ ओपन है जी, दे सकते हो। which is no longer a position of English language in India। इंग्लिश ਦੀ ਕਿਹੜੀ ਪੋਜੀਸ਼ਨ ਭਾਰਤ ਦੇ ਵਿੱਚ ਹੁਣ ਨਹੀਂ ਹੈ? देखो कि ਇਹ ਐਸੋਸੀਏਟ ऑफिशियल लैंग्वेज है, बिल्कुल ਇਹ ऑफिशिएट ਕਰਨ ਲਈ ਵੀ ਯੂਜ਼ ਹੁੰਦੀ ਆ, ਇਹ ਤਾਂ ਪੋਜੀਸ਼ਨ ਹੈ। ਇਹ ਲਿੰਕ ਲੈਂਗੁਏਜ ਆ, ਬਿਲਕੁਲ ਇਹ ਸਾਨੂੰ ਜੋੜਦੀ ਆ, ਬਾਹਰਲੇ ਦੇਸ਼ਾਂ ਨਾਲ ਜੋੜਦੀ ਆ। ਇਹ ਗਲੋਬਲ ਲੈਂਗੁਏਜ ਆ, ਹਾਂਜੀ ਇੰਡੀਆ ਦੇ ਵਿੱਚ ਵੀ ਆਪਾਂ ਗਲੋਬਲ ਲੈਂਗੁਏਜ ਆ ਕਿਉਂਕਿ ਪੂਰੀ ਦੁਨੀਆ 'ਚ ਯੂਜ਼ ਹੁੰਦੀ ਆ, ਤਾਂ ਇਹਨੂੰ ਕਿਤੇ ਸਹੀ ਨਾ ਲਾ ਦਈਓ। ਇੰਡੀਆ ਹੁਣ ਫੋਰਨ ਲੈਂਗੁਏਜ ਨਹੀਂ ਆ ਕਿਉਂਕਿ ਲੋਕਾਂ ਨੇ ਇਹਨੂੰ ਅਪਣਾ ਲਿਆ ਆ। ਸਾਡੇ ਤਾਂ ਕਈ ਸਟੇਟਸ ਦੀ ਇਹ ਫਸਟ ਲੈਂਗੁਏਜ ਵੀ ਹੈਗੀ ਆ ਇੰਡੀਆ ਦੇ ਵਿੱਚ। ਸੋ ਇਹਦੀ ਹੁਣ ਫੋਰਨ ਲੈਂਗੁਏਜ ਵਾਲੀ परिस्थिति नहीं रही या स्थिति नहीं रही। सो इस करके केड़ी पोजीशन नहीं हैगी? फॉरेन लैंग्वेज की पोजीशन नहीं हैगी, बाकी तो हैगियां ही हैगियां, यानी कि एसोसिएट ऑफिशियल लैंग्वेज भी आ, लिंक भी आ, ग्लोबल भी आ। लेकिन कहते कि हुण जिहड़ी पोजीशन इंग्लिश लैंग्वेज इंडिया विच नहीं है वो है जी फॉरेन लैंग्वेज दी, यानी कि लोकां ने इहनूं अपना लिया। सो बहुत बहुत धन्नवाद, मिलांगे नैक्सट वीडियो दे विच। उम्मीद है वीडियो पसंद आई होएगी ते चैनल नूं सबसक्राइब जरूर कर दिओ। बहुत बहुत धन्नवाद।